प्यार भरी मिठी ते निੱਘੀ ਸਤਿ ਸ਼੍ਰੀ ਅਕਾਲ ਸਾਰੇ ਫਗਵਾੜਾ ਪ੍ਰਾਈਮ ਟਾਈਮ ਟੀਵੀ ਦੇ ਸਰੋਤਿਆਂ ਨੂੰ। ਤੁਸੀਂ ਇਸ ਵੇਲੇ ਜੁੜ ਚੁੱਕੇ ਮਨੂ ਅਰੋੜਾ ਦੇ ਨਾਲ ਫਗਵਾੜਾ ਪ੍ਰਾਈਮ ਟਾਈਮ ਟੀਵੀ ਤੇ। ਅੱਜ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਰੇਲਵੇ ਸਟੇਸ਼ਨ ਫਗਵਾੜਾ ਵਿਖੇ ਏਸੀ ਵੇਟਿੰਗ ਹਾਲ ਦਾ ਕੀਤਾ ਉਦਘਾਟਨ। 8 ਕਰੋੜ ਦੀ ਲਾਗਤ ਦੇ ਨਾਲ ਫਗਵਾੜਾ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਦਾ ਕੰਮ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਇਸ ਮੌਕੇ ਤੇ ਡੀਆਰਐਮ ਰੇਲਵੇ ਵਿਭਾਗ ਵਿਸ਼ੇਸ਼ ਤੌਰ ਤੇ ਹਾਜ਼ਰ ਸੀ। ਸੋਮ ਪ੍ਰਕਾਸ਼ ਜੀ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਵਿਕਾਸ ਦੀ ਲੀਹ ਦੇ ਚਲਦਿਆਂ ਭਾਰਤ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਨ ਦੀ ਨੀਤੀ ਤੇ ਸੰਕਲਪ ਰੱਖਦੇ ਹੋਏ ਲੜੀ ਵਾਈਜ਼ ਤੋੜਦੇ ਹੋਏ ਕੇਂਦਰ ਵੱਲੋਂ ਹਲਕਾ ਹੁਸ਼ਿਆਰਪੁਰ ਨੂੰ 2 ਪ੍ਰੋਜੈਕਟਸ ਦਿੱਤੇ ਗਏ ਨੇ, ਜਿਸ ਵਿੱਚ ਹੁਸ਼ਿਆਰਪੁਰ ਫਗਵਾੜਾ ਰੋਡ ਨੂੰ 4 ਲੇਨ ਬਣਾ ਦਿੱਤਾ ਜਾਵੇਗਾ। ਤਾਂ ਉਸ ਤੋਂ ਇਲਾਵਾ ਜਿਹੜਾ ਦੂਜਾ ਪ੍ਰੋਜੈਕਟ ਹੈਗਾ ਚਚਰਾੜੀ ਤੋਂ ਬਹੂਆ ਬਾਈਪਾਸ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ 8 ਕਰੋੜ ਦਾ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਰੇਲਵੇ ਸਟੇਸ਼ਨ ਨੂੰ ਨਵੀਨੀਕਰਨ ਦਾ, ਫਗਵਾੜੇ ਦੇ ਰੇਲਵੇ ਸਟੇਸ਼ਨ ਨੂੰ। ਇਸ ਦੇ ਵਿੱਚ ਸ਼ੈਡਸ ਬਣਾਏ ਜਾ ਰਹੇ ਨੇ। ਸ਼ੈਡਸ ਤੋਂ ਇਲਾਵਾ ਰੇਲਵੇ ਫੁੱਟਓਵਰ ਬ੍ਰਿਜ ਬਣਾਇਆ ਜਾ ਰਿਹਾ ਹੈ। ਪਲੈਟਫਾਰਮਸ ਸ਼ੈਲਟਰਸ ਬਣਾਏ ਜਾ ਰਹੇ ਨੇ ਪਲੈਟਫਾਰਮ ਨੰਬਰ 1, 2 ਤਾਂ 3 ਤੇ। ਜਿਹੜਾ 1 ਨੰਬਰ ਪਲੈਟਫਾਰਮ ਤੇ 32 ਬਾਈ 9 ਮੀਟਰ ਦਾ ਸ਼ੈਲਟਰ ਬਣਾਇਆ ਜਾ ਰਿਹਾ ਹੈ। ਪਲੈਟਫਾਰਮ ਨੰਬਰ 2 ਤਾਂ 3 ਤੇ 32 ਬਾਈ 12 ਮੀਟਰ ਦੇ 2 ਸ਼ੈਲਟਰਸ ਬਣਾਏ ਜਾ ਰਹੇ ਨੇ। ਜਿਹੜਾ ਫੁੱਟਓਵਰ ਬ੍ਰਿਜ ਬਣਾਇਆ ਜਾਏਗਾ ਉਹ 6 ਮੀਟਰ ਚੌੜਾ ਬਣਾਇਆ ਜਾਏਗਾ, ਜਿਹਦੇ ਦੋਨੋਂ ਪਾਸੇ ਐਸਕੇਲੇਟਰਸ ਔਰ ਲਿਫਟ ਲਗਾਈ ਜਾਏਗੀ। ਆਉਣ ਵਾਲੇ ਟਾਈਮ ਦੇ ਵਿੱਚ VIP ਲੌਂਜ ਵੀ ਬਣਾਇਆ ਜਾਏਗਾ ਲੇਡੀਜ਼ ਐਂਡ ਜੈਂਟਸ ਟਾਇਲਟਸ ਦੇ ਨਾਲ। ਫਸਟ ਕਲਾਸ ਵੇਟਿੰਗ ਹਾਲ ਟਾਇਲਟ ਫੈਸਿਲਿਟੀਜ਼ ਦੇ ਨਾਲ ਹੋਏਗਾ। ਇੰਪਰੂਵਮੈਂਟ ਕੀਤੀ ਜਾਏਗੀ ਸੈਕੰਡ ਹਾਲ ਵੇਟਿੰਗ ਹਾਲ ਦੀ। ਇੰਪਰੂਵਮੈਂਟ ਦੇ ਵਿੱਚ ਜਿਹੜਾ ਸਰਕੂਲੇਟਿੰਗ ਏਰੀਆ ਰੇਲਵੇ ਸਟੇਸ਼ਨ ਦਾ ਉਹਨੂੰ ਗ੍ਰੀਨਰੀ ਪ੍ਰਦਾਨ ਕੀਤੀ ਜਾਏਗੀ। ਉੱਥੇ ਪਾਰਕਸ ਵਗੈਰਾ ਬਣਾਏ ਜਾਣਗੇ। ਗ੍ਰੀਨਰੀ ਦਾ ਪ੍ਰੋਜੈਕਟ ਹੈਗਾ ਪ੍ਰੋਪਰ। 에어ਪੋਰਟ ਟਾਈਪ LED ਲਾਈਟਿੰਗ ਦਾ ਵੀ ਪ੍ਰੋਜੈਕਟ ਹੈਗਾ ਆ ਜੀ। ਵਾਲ ਮਾਊਂਟਡ ਫੈਨ, ਸੀਲਿੰਗ ਫੈਨਸ, ਲਾਈਟਿੰਗ ਵਗੈਰਾ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਏਗਾ ਸ਼ੈਲਟਰਸ ਦੇ ਅੰਦਰ। ਇਸ ਤੋਂ ਇਲਾਵਾ ਪਾਣੀ ਦੀ ਸਪਲਾਈ ਦੀ ਵੀ ਇੰਪਰੂਵਮੈਂਟ ਦਾ ਪ੍ਰੋਜੈਕਟ ਇਹਦੇ ਵਿੱਚ ਹੀ ਸ਼ਾਮਿਲ ਹੈ। 225 ਕਿਲੋ ਲੀਟਰ ਕਪੈਸਿਟੀ ਦਾ ਟੈਂਕ ਬਣਾਇਆ ਜਾ ਰਿਹਾ ਔਰ ਬੋਰਿੰਗ ਵੀ ਕਰਾਈ ਜਾ ਰਹੀ ਹੈ। ਇੱਕ ਪੰਪ ਵੀ ਲਗਵਾਇਆ ਜਾ ਰਿਹਾ। ਇਹਦੇ ਨਾਲ ਵਾਟਰ ਸਪਲਾਈ ਦੀ ਸਿਚੁਏਸ਼ਨ ਬਹੁਤ ਹੀ ਜ਼ਿਆਦਾ ਸੁਧਰੇਗੀ। ਔਰ ਤੁਹਾਨੂੰ ਨਾਲ ਅਸੀਂ ਤਸਵੀਰਾਂ ਵੀ ਦਿਖਾਵਾਂਗੇ, ਬਾਈਟ ਵੀ ਦਿਖਾਵਾਂਗੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼। ਫਗਵਾੜਾ ਦੇ ਰੇਲਵੇ ਦੇ ਕੰਮ ਜ਼ਿਆਦਾ ਹੁਸ਼ਿਆਰਪੁਰ ਮੇਰੀ ਕੰਸਟੀਟਿਊਂਸੀ ਦੇ ਰੇਲਵੇ ਦੇ ਕੰਮ 2 ਵਾਰੀ ਸ਼ੇਅਰ ਕੀਤਾ ਹੈ। ਅੱਜ ਫਿਰੋਜ਼ਪੁਰ ਤੋਂ ਸਾਡੇ GM ਸਾਹਿਬ ਆਏ ਨੇ, ਜਿਹੜੇ ਸਾਰਾ ਇਹ ਕੰਮ ਦੇਖਦੇ ਨੇ। ਇਹਨਾਂ ਨੂੰ ਖੇਚਲ ਦਿੱਤੀ ਸੀ। ਅੱਜ ਇੱਕ ਤਾਂ ਜਿਹੜੇ ਇੱਥੇ ਹੋਣ ਵਾਲੇ ਕੰਮ ਪਹਿਲਾਂ ਵੀ ਤੁਹਾਨੂੰ ਸ਼ੇਅਰ ਕੀਤੇ ਸੀ, ਕੋਈ 7-8 ਕਰੋੜ ਦੇ ਕੰਮ ਇੱਥੇ ਇਹਨਾਂ ਨੇ ਕਿਹਾ ਸੀ ਕਰਨੇ ਆ। ਉਹਦੇ ਵਿੱਚ ਇੱਕ ਤਾਂ ਫੁੱਟਓਵਰ ਬ੍ਰਿਜ ਬਣਨਾ ਹੈ, ਇੱਧਰ ਬਣਿਆ, ਇੱਕ ਇਸ ਸਾਈਡ 'ਤੇ ਬਣਨਾ, ਤਾਂ ਕਿ ਲੋਕਾਂ ਨੂੰ ਆਉਣ ਜਾਣ ਦਾ ਵੱਡਾ ਸਾਧਨ ਹੋ ਸਕੇ। ਉਹ ਕੰਮ ਟੈਂਡਰ ਹੋ ਗਏ। ਹਾਂਜੀ, ਟੈਂਡਰ ਖੁੱਲ੍ਹ ਗਿਆ। ਟੈਂਡਰ ਖੁੱਲ੍ਹ ਵੀ ਗਿਆ, ਅਲਾਟ ਹੋ ਕੇ ਕੰਮ ਜਲਦੀ ਸ਼ੁਰੂ ਹੋਣ ਵਾਲੇ ਨੇ। ਇਸੇ ਤਰ੍ਹਾਂ ਜਿਵੇਂ ਆਹ ਤੁਹਾਡਾ ਵੇਟਿੰਗ ਰੂਮ ਹੈ, ਇਹ ਟੈਂਪਰੇਰੀ ਬਣਾਇਆ, ਇਹ ਤੋਂ ਵੱਡਾ ਹੋਰ ਬਣਨਾ, ਉਹਦਾ ਵੀ ਟੈਂਡਰ ਹੋ ਗਏ ਨੇ। ਇਸੇ ਤਰ੍ਹਾਂ ਜਿਹੜੇ ਐਂਟਰੀ ਹੈ ਵੇਟਿੰਗ ਰੂਮ ਜਨਰਲ ਹੈ, ਉਹਨੂੰ ਵੀ ਰੈਨੋਵੇਟ ਕਰਨਾ। ਵਾਟਰ ਸਪਲਾਈ ਦਾ ਬਹੁਤ ਵੱਡਾ ਕੰਮ ਹੈ, ਉਹ ਸ਼ੁਰੂ ਕਰਨਾ। ਇਸੇ ਤਰ੍ਹਾਂ ਹੋਰ ਜਿਹੜੇ ਜਿੰਨੇ ਵੀ ਇੱਥੇ ਕੰਮ ਹੋਣ ਵਾਲੇ, ਕੋਈ 7 ਕਰੋੜ ਕਿੰਨੇ ਲੱਖ ਦੇ ਕੰਮ ਹੈ, ਉਹ ਸਾਰੇ ਕੰਪਲੀਟ ਕਰਕੇ ਇਹ ਤਕਰੀਬਨ ਦਸੰਬਰ ਜਨਵਰੀ ਤੱਕ ਸਾਡੀ ਕੋਸ਼ਿਸ਼ ਹੋਗੀ ਕਾਫੀ ਕੰਮ ਹੋ ਜਾਣ। ਇਹ ਸਾਡੀ ਹੈ। ਇਹ ਦਾ ਇਹਦੇ ਬਾਰੇ ਇਹਦੇ ਅੱਗੇ ਵੀ ਫਰੰਟ ਦੇ ਵਿੱਚ ਗ੍ਰੀਨ ਏਰੀਆ ਡਿਵੈਲਪ ਕਰ ਰਹੇ ਨੇ, ਤਾਂ ਕਿ ਐਂਟਰੀ ਬਹੁਤ ਸੋਹਣੀ ਲੱਗੇ। ਇਹਦਾ ਜਿਹੜਾ ਫਗਵਾੜੇ ਦੇ ਬਾਰੇ ਤੁਹਾਨੂੰ ਅੱਗੇ ਵੀ ਕਿਹਾ ਸੀ ਵੀ ਕਰੋਨਾ ਦੀ ਪ੍ਰੋਬਲਮ ਕਰਕੇ ਕੰਮ ਪਹਿਲਾਂ ਸ਼ੁਰੂ ਨਹੀਂ ਹੋ ਸਕੇ। ਹੁਣ ਅਸੀਂ ਟੈਂਡਰ ਲੱਗ ਗਏ ਨੇ, ਅਲਾਟ ਹੋ ਗਏ ਨੇ, ਫਿਰ ਤੁਹਾਡੇ ਨਾਲ ਅਸੀਂ ਗੱਲ ਕਰ ਰਹੇ ਹਾਂ। ਇਹਦੇ ਨਾਲ ਹੀ ਜਿਹੜੇ ਹੁਸ਼ਿਆਰਪੁਰ ਤੋਂ ਉੱਥੇ ਰੇਲਵੇ ਸਟੇਸ਼ਨ ਹੈ, ਉੱਥੇ ਪਲੇਟਫਾਰਮ ਛੋਟਾ ਹੈ, ਗੱਡੀ ਦੇ ਡੱਬੇ ਪਿੱਛੇ ਤੱਕ ਜਾਂਦੇ ਨੇ, ਉਹ ਤੋਂ ਉਤਰਨਾ ਬੜਾ ਔਖਾ ਹੈ। ਉਹ ਵੀ ਐਕਸਟੈਂਡ ਕਰ ਲਈ, 2-2.5 ਕਰੋੜ ਰੁਪਈਆ ਉੱਤੇ ਲਾ ਕੇ ਉਹਨੂੰ ਵੀ ਐਕਸਟੈਂਡ ਕਰ ਰਹੇ ਨੇ। ਇੱਥੇ ਮਕੇਰੀਆ ਦਾ ਇੱਕ ਸਟੇਸ਼ਨ ਹੈ, ਉਹ ਬਹੁਤ ਨੀਵਾਂ ਹੈ ਔਰ ਚੜ੍ਹਨਾ ਬੜਾ ਔਖਾ ਹੈ, ਉਹ ਵੀ 2-2.5 ਕਰੋੜ ਰੁਪਏ ਲਾ ਕੇ ਉਹਨੂੰ ਵੀ ਉੱਚਾ ਕਰ ਰਹੇ ਹਾਂ। ਸੋ ਜਿੰਨੇ ਵੀ ਕੰਮ ਮੈਨੂੰ ਲੋਕਾਂ ਨੇ ਕਹੇ ਨੇ, ਮੇਰੀ ਕੋਸ਼ਿਸ਼ ਹੈ। ਸਭ ਤੋਂ ਵੱਡਾ ਕੰਮ ਜਿਹੜਾ ਹੈ, ਜਿਹੜਾ ਅਸੀਂ ਸ਼ੁਰੂ ਕਰ ਰਹੇ ਹਾਂ, ਮਕੇਰੀਆਂ ਤੋਂ ਤਲਵਾੜੇ ਨੂੰ ਲਿੰਕ ਕਰਨ ਦਾ, ਉਹ 603 ਕਰੋੜ 603 ਕਰੋੜ ਦੀ ਲਾਗਤ ਨਾਲ ਉਹ ਸ਼ੁਰੂ ਕਰ ਰਹੇ ਹਾਂ। ਉਹ ਕੰਮ ਅਲਾਟ ਹੋ ਚੁੱਕਾ ਹੈ। ਉਹਨੂੰ 3-4 ਸਾਲ ਲੱਗ ਜਾਣਗੇ ਸ਼ੁਰੂ ਕਰਦੇ ਆ। ਉਸਕੇ ਪਹਿਲੇ 3 ਸਾਲ ਦੇ ਵਿੱਚ ਕੰਪਲੀਟ ਹੋਣੀ ਆ ਉਹ। ਔਰ ਇਹਨੂੰ ਅਲਟੀਮੇਟਲੀ ਜਾ ਕੇ ਉਹਨਾਂ ਉਸ ਸਾਈਡ 'ਤੇ ਲਿੰਕ ਕਰਨਾ ਹਿਮਾਚਲ ਦੇ ਨਾਲ। ਅੱਗੇ ਤਲਵਾੜਾ ਤੋਂ ਦੌਲਤਪੁਰਾ ਏਰੀਆ ਹਿਮਾਚਲ ਦਾ, ਉਹਨੂੰ ਲਿੰਕ ਕਰਨਾ, ਉਹ ਸੈਕੰਡ ਫੇਜ਼ ਵਿੱਚ ਹੋਏਗਾ। ਹਾਲੇ ਜਿਹੜਾ ਤਲਵਾੜਾ ਤੱਕ ਅਸੀਂ ਇਹਨੂੰ ਸ਼ੁਰੂ ਕਰ ਰਹੇ ਹਾਂ 603 ਕਰੋੜ ਰੁਪਏ ਦੀ ਲਾਗਤ ਨਾਲ। ਔਰ ਰੇਲਵੇ ਨਾਲ ਸੰਬੰਧਿਤ ਜਿੰਨੇ ਵੀ ਕੰਮ ਸੀ, ਮੈਨੂੰ ਖੁਸ਼ੀ ਹੈ ਕਿ ਮਾਨਯੋਗ ਮੰਤਰੀ ਪਿਊਸ਼ ਗੋਇਲ ਜੀ ਨਾਲ ਉਹਨਾਂ ਨੇ ਆਪ ਇੰਟਰਸਟ ਲੈ ਕੇ ਕੰਮ ਸ਼ੁਰੂ ਕੀਤੇ ਸੀ। ਪਿੱਛੇ ਵੀਡੀਓ ਕਾਨਫਰੰਸ ਕਰਕੇ ਅਸੀਂ ਕੀਤੀ ਸੀ, ਸਾਰੇ ਆਫਿਸਰ ਜੁਆਇਨ ਕੀਤੇ ਸੀ। ਉਹਦੇ ਵਿੱਚ ਫੈਸਲਾ ਹੋ ਗਿਆ ਸੀ ਸਾਰੇ ਕੰਮ ਦੇ ਟੈਂਡਰ ਹੋ ਜਾਣ, ਔਰ ਟੈਂਡਰ ਹੋ ਗਏ ਨੇ ਔਰ ਕੰਮ ਸ਼ੁਰੂ ਹੋ ਗਏ ਨੇ। ਰੇਲਵੇ
जिन्हें काम कहे नहीं कोई दूजा पढ़ना ओवर ब्रिज ਜਿਹੜਾ ਖੇੜਾ ਰੋਡ ਤੋਂ ਹੈ ਉਹ ਵੀ ਇਹਨਾਂ ਨੇ ਪ੍ਰਪੋਜ਼ ਕੀਤਾ ਹੈ ਉਹਦੇ ਵਿੱਚ ਸ਼ੇਅਰਿੰਗ ਵੇਚ ਤੇ ਹੋਣਾ ਹੈ ਸੈਂਟਰ ਨੇ ਇਹਨਾਂ ਨੇ ਯੈਸ ਕਰਤੀ ਵੀ ਅਸੀਂ ਆਪਣਾ ਸ਼ੇਅਰ ਦੇਣ ਨੂੰ ਤਿਆਰ ਹੈ ਪੰਜਾਬ ਸਰਕਾਰ ਆਪਣਾ ਸ਼ੇਅਰ ਪਾ ਦੇ ਤਾਂ ਇਮੀਡੀਏਟਲੀ ਇਹ ਕੰਮ ਕਰ ਲੂ ਸਾਨੂੰ ਸੈਂਟਰ ਰੇਲਵੇ ਨੂੰ ਕੋਈ ਪ੍ਰੋਬਲਮ ਨਹੀਂ ਹੈ ਸੋ ਵੀ ਆਰ ਪ੍ਰਪੋਜ਼ਿੰਗ ਟੂ ਸਟੇਟ ਗਵਰਨਮੈਂਟ ਉਹ ਯੈਸ ਕਰਨਗੇ ਤਾਂ ਫਿਰ ਉਹ ਵੀ ਬਹੁਤ ਵਧੀਆ ਸੀ ਤਲਵਾੜੇ ਵਾਲਾ ਕੰਮ ਅੱਜ ਸ਼ੁਰੂ ਹੋਇਆ ਤਲਵਾੜੇ ਦਾ ਕੰਮ ਤਾਂ ਲਾਟ ਹੋ ਗਿਆ ਸ਼ੁਰੂ ਕਦੋਂ मतलब कंस्ट्रक्शन कर रहा है ਚੱਲ ਰਿਹਾ ਜੀ ਉਹ ਚੱਲ ਰਿਹਾ ਹਾਂਜੀ ਫਗਵਾੜਾ ਦੀ ਜਿਹੜੀ ਚਾਰ ਦੀਵਾਰੀ ਫਿਰ ਰੁਕ ਗਈ ਸੀ ਸਰ ਉਹਦਾ ਚਾਰ ਦੀਵਾਰੀ ਬਣਨ ਦੇਖੋ ਲੱਗੀ ਜਿਹੜੀ ਸੀ, ਬੰਦਾਵਾਸੀਆਂ ਨੇ ਫਾਸਟ ਟ੍ਰੇਨ ਚੱਲ ਰਹੀਆਂ ਚਾਰ ਦੀਵਾਰੀ ਤਾਂ ਸਾਰੇ ਹੋਣੀ ਹੈ ਉਹਦੇ ਨਾਲ ਇਹਨਾਂ ਨੇ ਸੌਰਟ ਆਊਟ ਕਰ ਰਿਹਾ ਕਿੰਨੀ ਕੰਸੈਸ਼ਨ ਦੇ ਸਕਦੇ ਆ ਉਹਨਾਂ ਸੈਪਰੇਟ ਨਾਲ ਡਿਸਕਸ ਕਰ ਲਾਂਗੇ ਸਰ ਡੀਐਮ ਸਾਹਿਬ ਲਾਕਡਾਊਨ ਕਰਕੇ ਜਿਹੜੀਆਂ ਟ੍ਰੇਨਸ ਜਿਹੜੀਆਂ ਸੀ ਉਹ ਸਸਪੈਂਡ ਹੋਈਆਂ ਸੀ ਜਾਂ ਕੈਂਸਲ ਹੋਈਆਂ ਸੀ ਕਿ ਇਹ ਸਾਰੀਆਂ ਰਿਸਟੋਰ ਹੋ ਗਈਆਂ ਆਪਣੀ ਡਿਵੀਜ਼ਨ ਦੇ ਵਿੱਚ ਨੰਬਰ 1 ਦੂਸਰਾ ਲਾਕਡਾਊਨ ਕਰਕੇ ਪੈਸੰਜਰਸ ਦਾ ਤੇ ਪਲੱਸ ਫਰੇਟ ਦਾ ਕੋਈ ਇਫੈਕਟ ਪਿਆ ਰੇਲਵੇਜ਼ ਦੇ ਉੱਤੇ ਆਪਣੀ ਡਿਵੀਜ਼ਨ ਦੇ ਵਿੱਚ आपने बड़ा अच्छा प्रश्न पूछा है। देखिए, कोरोना महामारी के अंदर मुख्य प्राथमिकता सभी लोगों को कोरोना की बीमारी से बचाना था और इसकी वजह से ही भारत सरकार ने निर्णय लिया कि जो कोचिंग सर्विसेज हैं वो बंद कर दी जाएं, पर फ्रेट सर्विसेज कभी भी बंद नहीं की गई सिवाय सिर्फ 2 महीने के, जब आप सबको पता है गत वर्ष किसान आंदोलन की वजह से फ्रेट सर्विसेज भी बंद हुई थी। इसके अलावा फ्रेट में हमारे को अच्छा कार्य किया हम लोगों ने और जब इस वर्ष से पैसेंजर गाड़ियों को शुरू किया गया है तो इसमें जो मेल एक्सप्रेस गाड़ियां हैं जो हमारे डिवीज़न में चलती थी उसमें से तकरीबन 70% गाड़ियां बहाल कर दी गई हैं और यात्री गाड़ियों में जो अनरिजर्व्ड है उसमें हम लोगों ने सभी सेक्शनों में 1 पेयर या 2 पेयर की सर्विस देने की कोशिश करी है और जैसे ही बाकी आदेश आएंगे उस हिसाब से मंडल उसका अनुपालन करेगा। सर व्हेन विल द 30% ट्रेन्स that remain suspended will be restored? देखिए, ये ऑक्यूपेंसी बेस्ड हम लोग असेसमेंट करते रहते हैं। जो भी जैसे अमृतसर से गाड़ी चलती है हमारे पास ऑक्यूपेंसी की फिगर्स आती रहती हैं। जहाँ कहीं भी जिस डायरेक्शन में हमको लगता है कि यहाँ पर मांग ज़्यादा बढ़ रही है तो हम लोग उसी तरह से प्रपोजल बना करके हेडक्वार्टर को बताते रहते हैं। तो ये एक सतत प्रक्रिया है, कंटिन्यूस प्रोसेस है, आवश्यकता अनुसार गाड़ियों को बढ़ाया जाता रहता है। Sir, besides Fagwada, is there any project to upgrade any other railway station in your division? बिल्कुल साहब, आपने अमृतसर स्टेशन यदि देखा होगा तो उसका पूरा का पूरा सर्कुलेटिंग एरिया और फसाड सारा इम्प्रूव हो चुका है। इसी तरीके जलंधर स्मार्ट सिटी प्रोजेक्ट जो कि राज्य सरकार की मदद से वहाँ पर सर्कुलेटिंग एरिया का इम्प्रूवमेंट हो रहा है, उसका आधा कार्य पूरा भी हो चुका है। अब उसमें भी बाहर से ही एक फुट ओवर ब्रिज लेकर के प्लेटफॉर्म नंबर 1, 2, 3 उनको भी कनेक्टिविटी दे दी जाएगी। इसी तरीके सुल्तानपुर लोधी का कार्य हमने पिछले वर्ष जब 550वां साल था उसको पूरा किया था। लुधियाना स्टेशन के ऊपर भी RLDA और IRSDC के मार्फत कार्य किया जा रहा है। जलंधर कैंट में भी IRSDC के मार्फत कार्य किया जा रहा है। तो जम्मू स्टेशन में भी हमारे मंडल में IRSDC के और RLDA के मार्फत से काम किया जा रहा है। तो लगभग सभी जगहों पर जहाँ कहीं भी जो है जो हमारे क्लास A1 स्टेशन कहलाते हैं उस पर हम लोग सुधार का काम ले रहे हैं। जम्मू कश्मीर का क्या प्रॉब्लम देखिए, जम्मू उधमपुर रेल लिंक प्रोजेक्ट एक राष्ट्रीय प्रोजेक्ट है, राष्ट्रीय महत्व का प्रोजेक्ट है और उस पर कार्य एक अलग यूनिट करती है। मंडल उसके क्षेत्र में आता है, मंडल के क्षेत्र में आता है, पर उसके कार्य के बारे में मेरे द्वारा टिप्पणी करना उचित नहीं होगा। मंत्री साहब जो ਤੁਹਾਡਾ ਮਿਲਦੇ ਆ ਜੀ ਇੱਕ ਗੱਲ ਤਾਂ ਕਿਸਾਨਾਂ ਦੀ ਸਿੱਧੀ ਹੁੰਦੀ ਹੈ, ਦੂਸਰੀ ਪੰਜਾਬ ਦੇ ਵਿੱਚ ਬਿਜਲੀ ਦਾ ਇੰਨਾ ਬੁਰਾ ਹਾਲ ਹੈ, ਨਾ ਕਿਸਾਨਾਂ ਨੂੰ ਮਿਲਦੀ ਹੈ ਨਾ ਇੰਡਸਟਰੀਆਂ ਨੂੰ ਮਿਲਦੀ ਹੈ। ਇੰਡਸਟਰੀਆਂ ਤਾਂ ਬੰਦ ਹੀ ਕਰਤੀ 15 ਤੱਕ ਉਦਾਂ ਕਰਤੀ ਹੈ, 15 ਤੱਕ ਬੰਦ ਕਰਤੀ ਹੈ। ਜਿਹੜੀ ਪਿੰਡਾਂ ਨੂੰ ਵੀ ਨਾ ਕਲੇਮ ਕਰਦੇ ਆ ਕਿ 8 ਘੰਟੇ ਦੀ ਬਿਜਲੀ ਹੈ, ਕਿਉਂਕਿ ਮੈਂ ਪਿੰਡਾਂ ਨੂੰ ਬਿਲੋਂਗ ਕਰਦਾ ਤੇ ਕਿਸਾਨ ਭਾਈਚਾਰੇ ਨੂੰ ਬਿਲੋਂਗ ਕਰਦਾ। ਉਹ ਜਿਹੜੀ ਬਿਜਲੀ ਆ ਉਹ ਵੀ 5-6 ਘੰਟੇ ਮਿਲਦੀ ਹੈ ਤੇ ਟੁੱਟਵੀਂ ਮਿਲਦੀ ਹੈ। ਟੁੱਟਵੀਂ ਮਿਲਦੀ ਹੈ। ਝੋਨਾ ਜਿਹੜਾ ਆ ਉਹ ਟੁੱਟਵੀਂ ਬਿਜਲੀ ਨਾਲ ਖੇਤ ਭਰਿਆ ਨਹੀਂ ਜਾਂਦਾ। ਤੁਸੀਂ ਵੀ ਪਿੰਡੂ ਪਿਛੋਕੜ ਦੇ ਹੋਣੇ ਆ। ਬਿਲਕੁਲ ਬਿਲਕੁਲ ਤੇ ਝੋਨੇ ਦੇ ਲਈ ਰੈਗੂਲਰ ਪਾਣੀ ਆਵੇ ਤਾਂ ਉਹ ਪੁੱਡਲਿੰਗ ਹੁੰਦੀ ਹੈ, ਤਾਂ ਉਹ ਦੇਖੋ ਬਿਜਲੀ ਦਾ ਸਬਜੈਕਟ ਹੈ, ਸਟੇਟ ਦਾ ਸਬਜੈਕਟ ਹੈ। ਤੁਸੀਂ ਕੁਐਸਚਨ ਤਾਂ ਬਹੁਤ ਵਧੀਆ ਕੀਤਾ ਪਰ ਗਲਤ ਆਦਮੀ ਨੂੰ ਕੀਤਾ। ਨਹੀਂ ਗਲਤ ਆਦਮੀ ਜਿਹੜਾ ਨਾ ਉਹ ਸਟੇਟ ਦੇ ਵਿੱਚ ਵੀ ਚੱਲਦਾ। ਨਹੀਂ ਸੁਣੋ, ਉਹ ਅਸੀਂ ਸਟੇਟ ਗਵਰਨਮੈਂਟ ਟੇਕ ਅਪ ਕਰਦੇ ਹਾਂ, ਉਹਨਾਂ ਨੂੰ ਕਹਿੰਦੇ ਵੀ ਆ, ਗੱਲਬਾਤ ਹੁੰਦੀ ਵੀ ਹੈ, ਪਰ ਅਲਟੀਮੇਟਲੀ ਇਹਨਾਂ ਨੇ
ਕੈਲਕੂਲੇਸ਼ਨ ਗਲਤ, ਅੰਦਾਜ਼ਾ ਗਲਤ ਲੱਗ ਗਿਆ ਸਟੇਟ ਤੋਂ। ਜੇ ਮੌਨਸੂਨ ਥੋੜੀ ਲੇਟ ਹੋ ਗਈ ਡਜ਼ਨਟ ਮੀਨ ਅਸੀਂ ਸਾਰਾ ਕੁਝ ਬੰਦ ਕਰਕੇ ਪਰ ਬੈਠ ਮੇਰਾ ਪਹਿਲਾ ਜਿਹੜਾ ਸਹੀ ਆਦਮੀ ਨੇ ਸਵਾਲ ਕੀਤਾ ਤੁਸੀਂ ਜਵਾਬ ਦਿੱਤਾ ਕਿਹੜਾ ਕਿਸਾਨਾਂ ਵਾਲਾ। ਕਿਸਾਨਾਂ ਵਾਲਾ ਦੇਖੋ, ਉਹਨਾਂ ਨਾਲ ਗੱਲਬਾਤ ਬਹੁਤ ਵਾਰੀ ਹੋਈ ਹੈ ਔਰ ਅਸੀਂ ਹਮੇਸ਼ਾ ਗੱਲਬਾਤ ਕਰਨ ਲਈ ਤਿਆਰ ਹਾਂ। ਬਾਰ-ਬਾਰ ਉਹਨਾਂ ਨੂੰ ਕਿਹਾ ਵੀ ਹੈ। ਬਹੁਤ ਸਾਰੇ ਕਿਸਾਨ ਲੀਡਰ ਮੇਰੇ ਇਨ ਟੱਚ ਵੀ ਹੈਗੇ, ਗੱਲਬਾਤ ਕਰਦੇ ਵੀ ਆ। ਸਵੇਰੇ ਸ਼ਾਮ ਗੱਲ ਹੁੰਦੀ ਵੀ ਉਹਨਾਂ ਨਾਲ। ਕਈ ਲੋਕੀ ਰਾਜੀ ਦੇ ਗੱਲਬਾਤ ਸਿਰੇ ਚੜ੍ਹਦੇ, ਕਈ ਐਸੇ ਲੀਡਰ ਵੀ ਜਿਹੜੇ ਚਾਹੁੰਦੇ ਨੇ ਕਿ ਇਹ ਲੰਬੀ ਹੋ ਜੇ। ਵੈਸਟਰਨ ਇੰਟਰਸਟ ਦੇ ਵਿੱਚ ਹੈਗੇ ਨੇ। ਗਵਰਨਮੈਂਟ ਆਫ ਇੰਡੀਆ ਦਾ ਰਿਸਪੌਂਸ ਗੱਲਾਂ ਕਰ ਲਈ ਅਸੀਂ ਗੱਲ ਲੈਂਦੇ ਅੱਜ ਕਰ ਲੈਂਦੇ ਹਾਂ 5-6 ਵਾਰੀ ਆਫਰ ਕਰ ਚੁੱਕੇ ਆ। ਗਵਰਨਮੈਂਟ ਇਜ਼ ਨਾਟ ਸੀਰੀਅਸ ਔਰ ਗੱਲ ਨੇ ਗਵਰਨਮੈਂਟ ਨੇ ਕਿਹਾ ਜਦੋਂ ਅਸੀਂ ਗੱਲ ਕਰਨ ਨੂੰ ਤਿਆਰ ਹਾਂ। ਉਹਨਾਂ ਨੇ ਬੁਲਾਇਆ, ਅਸੀਂ ਗੱਲ ਕਰਨ ਨੂੰ ਤਿਆਰ ਹਾਂ ਜੀ, ਗੱਲ ਕਰਦੇ ਹੈ ਨਹੀਂ। ਉਹ ਜਿਹੜੀ ਗੱਲ 6 ਮਹੀਨੇ 11 ਵਾਰ ਗੱਲਬਾਤ ਕੀਤੀ ਹੈ, 11 ਵਾਰ। ਉਹ ਤੋਂ ਬਾਅਦ ਬੰਦ ਦਾ ਸਾਰਾ ਕੁਝ। ਉਹ ਤੋਂ ਬਾਅਦ ਵੀ ਉਹਨਾਂ ਨੇ ਕਿਹਾ ਜਦੋਂ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਆ ਅਸੀਂ ਤਿਆਰ ਹਾਂ, ਆਫਰ ਹੀ ਕਰ ਸਕਦੇ ਹਾਂ। ਸਰ ਕੱਲ ਰਾਜਪੁਰੇ ਦੇ ਵਿੱਚ ਜਿਹੜਾ ਬੀਜੇਪੀ ਮੈਂਬਰਾਂ ਨੂੰ ਬੰਧਕ ਬਣਾਇਆ ਗਿਆ ਸਵੇਰੇ 4 ਵਜੇ ਹਾਈ ਕੋਰਟ ਦੇ ਛੱਡਿਆ ਗਿਆ, ਕਿੱਦਾਂ ਦੇਖਦੇ ਜੀ? ਦੇਖੋ, ਕਿਸਾਨ ਯੂਨੀਅਨਸ ਇਹ ਕਲੇਮ ਕਰਦੀਆਂ ਕਿ ਅਸੀਂ ਬਹੁਤ ਸ਼ਾਂਤਮਈ ਹੈ। ਇਹ ਸ਼ਾਂਤਮਈ ਹੈ ਜਾਂ ਨਹੀਂ ਹੈ, ਇਹ ਲੋਕਾਂ ਨੇ ਫੈਸਲਾ ਕਰਨਾ ਜਾਂ ਕੋਰਟ ਨੇ ਫੈਸਲਾ ਕਰਨਾ। ਬਹੁਤ ਮਾੜੀ ਗੱਲ ਹੋਈ ਹੈ, ਬਹੁਤ ਮੰਦਭਾਗੀ ਗੱਲ ਹੋਈ ਹੈ ਵੀ ਡੈਮੋਕ੍ਰੇਸੀ ਰਾਈਟ ਹਰ ਇੱਕ ਨੂੰ ਦਿੰਦੀ ਹੈ ਕਿ ਆਪਣੀ ਗੱਲ ਕਹੇ। ਪ੍ਰੋਟੈਸਟ ਕਰਨ ਦਾ ਅਧਿਕਾਰ ਵੀ ਹੈ, ਕਿਸੇ ਨੂੰ ਕਾਲੀਆਂ ਝੰਡੀਆਂ ਦਿਖਾਉਣ ਦਾ ਅਧਿਕਾਰ ਵੀ ਹੈ, ਬਟ ਕਿਸੇ ਨੂੰ ਮੀਟਿੰਗਾਂ ਕਰਨ ਤੋਂ ਰੋਕਣ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ। ਅਸੀਂ ਆਪਣੀ ਮੀਟਿੰਗ ਕਰਨੀ ਹੈ, ਦੂਜਿਆਂ ਦੀ ਕਰਨੀ ਦੇਣੀ, ਇਹ ਲੋਕਤੰਤਰ ਨਹੀਂ ਹੈ। ਲੋਕਤੰਤਰ ਦਾ ਕਹਾਣਾ ਹੈ, ਲੋਕਤੰਤਰ ਦੀ ਹੱਤਿਆ ਹੈ। ਹਾਈ ਕੋਰਟ ਨੂੰ ਰਾਤ ਨੂੰ 12 ਵਜੇ ਜੇ ਇੰਟਰਫੀਅਰ ਕਰਨਾ ਪਿਆ ਤਾਂ ਕਿਸਾਨ ਲੀਡਰ ਦੀ ਜ਼ਿੰਮੇਵਾਰੀ ਬਣਦੀ ਹੈ ਜੇ ਉਹਨਾਂ ਨੇ ਆਪਣੀ ਐਜੀਟੇਸ਼ਨ ਨੂੰ ਕਿਸੇ ਪਾਸੇ ਲੈ ਕੇ ਜਾਣਾ। ਅਲਟੀਮੇਟਲੀ ਜੇ ਤੁਸੀਂ ਖਰਾਬ ਕਰੋਗੇ ਤਾਂ ਅਲਟੀਮੇਟਲੀ ਉਹਨਾਂ ਦੇ ਹੱਥ 'ਚੋਂ ਨਿਕਲ ਜਾਣੀ ਆ, ਉਹ ਗਲਤ ਹੱਥਾਂ 'ਚ ਐਜੀਟੇਸ਼ਨ ਚਲੇ ਜਾਏਗੀ। ਫਿਰ ਦੇਸ਼ ਦਾ ਨੁਕਸਾਨ ਵੀ ਹੋਏਗਾ, ਪੰਜਾਬ ਦਾ ਨੁਕਸਾਨ ਵੀ ਹੈ। ਉਹ ਲੀਡਰ ਜਿਹੜੇ ਆ ਇਰਰੈਲੇਵੈਂਟ ਹੋ ਜਾਣਗੇ। ਯਾਰਮ ਸਾਹਿਬ ਸਾਰੇ अनमैन्ड क्रॉसिंग फेज आउट हो गए जी? हाँ जी, हमारे यहाँ आज की तारीख में मंडल में बटाला काडियाँ जो एक छोटी सी स्ट्रेच है उसको छोड़ करके कहीं पर भी अनमैन्ड लेवल क्रॉसिंग। बटाला कादियां ऑल आर फेज बिल्कुल, जहाँ मैंड करते या बंद करते। मैंड की बात की आपने, अनमैन्ड लेवल क्रॉसिंग का प्रश्न पूछा था, तो मैं सबसे पहले ये कह रहा हूँ कि बटाला काडिया में कुछ लेवल क्रॉसिंग को छोड़कर, क्योंकि एक ही ट्रेन का सिस्टम है, वन ट्रेन ओनली सिस्टम है, उसको छोड़ करके मंडल की सभी लेवल क्रॉसिंग्स मैंड है आज की तारीख में। ਸਰ ਕੋਵਿਡ ਕਰਕੇ ਜਿਹੜਾ ਨੁਕਸਾਨ ਹੋਇਆ ਇੰਡਸਟਰੀ ਨੂੰ, ਸਾਰਿਆਂ ਨੂੰ, ਸਾਰੇ ਸੈਕਸ਼ਨ ਨੂੰ ਹੋਇਆ, ਵਪਾਰ ਨੂੰ ਹੋਇਆ, ਸਾਰਿਆਂ ਨੂੰ ਹੋਇਆ। ਗਵਰਨਮੈਂਟ ਨੇ ਜਿਹੜੇ ਵੀ ਪੈਕੇਜ ਦਿੱਤੇ ਆ ਉਹ ਲੋਨ ਦੀ ਸ਼ਕਲ 'ਚ ਦਿੱਤੇ ਆ। ਮਤਲਬ ਕਿਸੇ ਤਰ੍ਹਾਂ ਦਾ ਹੋਰ ਪੈਕੇਜ ਇਹੋ ਜਿਹਾ ਨਹੀਂ ਦਿੱਤਾ ਜਿਹਦੇ ਨਾਲ ਲੋਕ ਇੰਨੇ ਕਰੋੜਾਂ ਰੁਪਏ ਲੋਕਾਂ ਲੱਖਾਂ ਰੁਪਏ ਸਫਰ ਕੀਤਾ, ਹਰ ਛੋਟੇ ਤੋਂ ਵੱਡੇ ਆਦਮੀ। ਇਹੋ ਜਿਹਾ ਪੈਕੇਜ ਕੋਈ ਨਹੀਂ ਆ ਰਿਹਾ ਸੈਂਟਰ ਗਵਰਨਮੈਂਟ ਨੂੰ ਜਿਹਨਾਂ ਲੋਕਾਂ ਨੂੰ ਮਦਦ ਤੋਂ ਚੌੜੇ ਜੋ ਆਇਆ ਤੌਰ ਤੇ ਬਿਲਕੁਲ ਲੋਕ ਸੜਕਾਂ ਤੇ ਆ ਗਏ। ਇਸ ਤਰ੍ਹਾਂ ਕਿਸਮ ਦੇ ਲੋਕ ਜਿਹੜੇ ਆ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਮਦਦ ਨਹੀਂ ਆ ਰਹੀ। ਦੇਖੋ 80 ਕਰੋੜ ਲੋਕਾਂ ਲਈ ਮੁਫਤ ਖਾਣਾ ਇਸੇ ਸਰਕਾਰ ਨੇ ਦਿੱਤਾ। ਦੀਵਾਲੀ ਤੱਕ ਫਿਰ ਉਹਨਾਂ ਨੇ ਐਕਸਟੈਂਡ ਕੀਤਾ ਵੀ ਇਹਨੂੰ ਮੁਫਤ ਖਾਣਾ ਹੀ ਦੇਣਾ। ਪੰਜਾਬ 'ਚ 1 ਕਰੋੜ 42 ਲੱਖ ਲੋਕਾਂ ਲਈ ਮੁਫਤ ਖਾਣਾ ਦਿੰਦੇ ਨੇ। ਇਹ ਛੋਟੀ ਗੱਲ ਹੈ। ਪੰਜਾਬ ਵਰਗਾ ਸੂਬਾ ਜਿਹੜਾ ਬਹੁਤ ਸਮਰੱਥ ਹੈ, 1.5 ਕਰੋੜ ਲੋਕਾਂ ਨੂੰ ਖਾਣਾ ਫ੍ਰੀ ਦੇ ਰਹੀ ਸਰਕਾਰ, ਭਾਰਤ ਸਰਕਾਰ। ਅਤੇ ਆਪਾਂ ਇੰਡਸਟਰੀ ਲਈ ਵੀ ਜਿੰਨਾ ਕਰ ਸਕਦੇ। ਦੇਖੋ ਰਿਸੋਰਸਿਸ ਦਾ ਸਰਕਾਰ ਦੇ ਜਿੰਨੇ ਹੈਗੇ ਉਹੀ ਵਰਤਣੇ ਆ। ਆਪਾਂ ਜੋ ਕੁਝ ਹੋਇਆ ਉਹਨੂੰ ਐਪਰੀਸ਼ੀਏਟ ਕਰੋ। ਉਹਦਾ ਪੈਕੇਜ ਹੁਣ ਆਇਆ, 2-3-4 ਪੈਕੇਜ ਹੋਰ ਆਏ ਆ, ਉਹ ਲੋਨਾਂ ਦੀ ਸ਼ਕਲ 'ਚ ਇੰਡਸਟਰੀ ਨੂੰ ਸਾਰਿਆਂ ਨੂੰ ਆਏ ਆ। ਮਤਲਬ ਜਿਸ ਤੁਸੀਂ ਚਿੰਤਾ ਕਰੋ, ਇੰਡਸਟਰੀ ਵਾਲੇ ਬਹੁਤ, ਸਾਡੀ ਇੰਡਸਟਰੀ ਦੇ ਨਾਲ ਅਸੀਂ ਹਰ ਹਫਤੇ ਮੀਟਿੰਗ ਕਰਦੇ ਹਾਂ। CIA ਨਾਲ ਵੀ ਕਰਦੇ ਹਾਂ, SOCM ਨਾਲ ਵੀ ਕਰਦੇ ਹਾਂ, ਫਿੱਕੀ ਨਾਲ ਵੀ ਕਰਦੇ ਹਾਂ। ਜਿੰਨੀਆਂ ਕੁ ਅਸੀਂ ਉਹਨਾਂ ਨੂੰ ਦਿੱਤੇ ਨੇ ਕੰਸੈਸ਼ਨਸ, ਦੇ ਆਰ ਵੈਰੀ ਹੈਪੀ। ਔਰ ਹੁਣ ਤਾਂ 13 ਸੈਕਟਰ ਐਸੇ ਨੇ ਜਿਹਦੇ ਪ੍ਰੋਡਕਟ ਲਿੰਕਡ ਇਨਸੈਂਟਿਵ, ਉਹਦੇ ਵਿੱਚ ਬਹੁਤ ਵੱਡੀ ਰਕਮ ਜਿਹੜੀ 1,45,000 ਕਰੋੜ ਰੁਪਇਆ ਉੱਥੇ ਰੱਖਿਆ। ਇਹ ਇੰਡਸਟਰੀ ਲਈ ਰੱਖਿਆ। ਹੈਲਥ ਸੈਕਟਰ ਲਈ ਵੀ ਆਇਆ, ਸਾਰਿਆਂ ਲਈ ਆਇਆ। ਲੇਕਿਨ ਜਿਹੜੇ ਲੋਕਾਂ ਨੂੰ ਫਾਈਨੈਂਸ਼ੀਅਲ ਮਦਦ, ਕੈਸ਼ ਮਦਦ ਚਾਹੀਦੀ ਹੈ, ਬੜੀ ਯਾਰ ਸਭ ਤੋਂ ਪਹਿਲਾਂ ਗਰੀਬ ਲੋਕਾਂ ਨੂੰ 80 ਕਰੋੜ ਲੋਕਾਂ ਨੂੰ ਆਪਾਂ ਖਾਣਾ ਦਿੰਦੇ ਹਾਂ। ਤੁਸੀਂ ਇੰਡਸਟਰੀਅਲਿਸਟ ਤਾਂ ਸੇਠੀ ਸਾਹਿਬ ਨੂੰ ਤਾਂ ਇਹ ਸੰਭਾਲ ਲੈਣਗੇ। ਦੇ ਆਰ ਕੰਟਰੀਬਿਊਟਿੰਗ ਫਾਰ ਦੀ ਡਿਵੈਲਪਮੈਂਟ ਆਫ ਦੀ ਸਟੇਟ। ਜਦ ਮਹਾਮਾਰੀ ਐਡਾ ਬੜਾ ਦੇਸ਼ ਦੀ ਦੁਨੀਆ ਦੇ ਅੱਗੇ ਜਿਹੜਾ ਕਸ਼ਟ ਆਇਆ ਉਹ ਕਿਹਨੇ ਐਂਟੀਸਪੇਟ ਹੀ ਨਹੀਂ ਕੀਤਾ। ਡੈਟ ਇਜ਼ ਨਾਟ ਨੋਰਮਲ ਥਿੰਗ। ਉਹਨੂੰ ਫਿਰ ਵੀ ਪੰਜਾਬ ਦੀ ਭਾਰਤ ਸਰਕਾਰ ਨੇ ਜਿਸ ਢੰਗ ਨਾਲ ਉਹਨੂੰ ਟੈਕਲ ਕੀਤਾ, ਸਾਰੀ ਦੁਨੀਆ ਨੂੰ ਐਪਰੀਸ਼ੀਏਟ ਕਰਦੀ ਹੈ। My last question to you, do you know the number of those crossings which have been manned? Do you know the number? मतलब कितने मैंड हुए हैं? हाँ हुए हैं जो देखिए, unmanned थे। ये जो मैनिंग का काम था, मेरे
प्रभार का चार्ज लेने से पहले ही पूर्ण हो चुका था, पहली बात तो ये। और फिर भी मेरे ख्याल से तकरीबन 150 लेवल क्रॉसिंग जो अनमैन थी उसको मैन किया गया आपकी था डिवीजन में हमारी मंडल। फगवाड़े का काम कब कंप्लीट हो रहा है? करो प्लीज करो। ਹਾਂਜੀ ਮੈਂ ਕਿਹਾ ਜੋਸ਼ੀ ਸਾਹਿਬ ਦੀ ਜਿਹੜੇ ਸਸਪੈਂਡ ਹੋਏ ਨੇ 6 ਸਾਲ ਲਈ ਕੱਢਿਆ ਗਿਆ ਉਹਨੂੰ ਕਿੱਦਾਂ ਦੇਖਦੇ ਹੋ? ਪਾਰਟੀ ਨੇ ਕੱਢ ਦਿੱਤਾ, ਉਹਨਾਂ ਨੇ ਕੀ ਹੋਰ ਦੇਖਣਾ ਉਹਨੂੰ। ਸਾਨੂੰ ਦੁੱਖ ਹੈ, ਵੈਸੇ ਸਾਡਾ ਵਧੀਆ ਕਾਰਿਆਕਰਤਾ ਸੀ, ਸੀਨੀਅਰ ਲੀਡਰ ਸੀ, ਉਹ ਪਾਰਟੀ ਤੋਂ ਗਿਆ ਸੀ। ਨਿੱਜੀ ਤੌਰ ਤੇ ਮੈਂ ਨੁਕਸਾਨ, ਅਸੀਂ ਇਕੱਠੇ ਕੰਮ ਕਰਦੇ ਰਹੇ ਹਾਂ, ਇਹ ਸਾਨੂੰ ਉਹਦਾ ਨੁਕਸਾਨ ਹੀ ਹੋਇਆ। ਪਰ ਫਿਰ ਵੀ ਪਾਰਟੀ ਜੇ ਗਲਤ ਕੰਮ ਕੋਈ ਕਰੇਗਾ ਪਾਰਟੀ ਦੇ ਵਿੱਚ ਤਾਂ ਪਾਰਟੀ ਦੇ ਡਿਸਪਲਿਨ 'ਤੇ ਰਹਿਣਾ ਪਏਗਾ। ਮਹਿੰਗਾਈ ਨੂੰ ਲੈ ਕੇ ਜੀ ਕਿ ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰ ਦੀ ਇਸ ਚੀਜ਼ ਨੂੰ ਲੈ ਕੇ ਬੜੀ ਕਿਰਕਰੀ ਪੈਟਰੋਲ ਡੀਜ਼ਲ ਹੋਵੇ ਜਾਂ ਬਾਕੀ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਸਾਰੀਆਂ ਰੇਟ ਬਹੁਤ ਤੇਜ਼ੀ ਨਾਲ ਜਾ ਰਹੇ ਆ। ਜਿਹੜੀ ਚੀਜ਼ ਨੂੰ ਲੈ ਕੇ ਮੋਦੀ ਸਾਹਿਬ ਸਰਕਾਰ ਲੈ ਕੇ ਆਏ ਸੀ ਉਹ ਚੀਜ਼ਾਂ ਅੱਜ ਜਿਹੜੀਆਂ ਆ ਬਹੁਤ ਤੇਜ਼ੀ ਨਾਲ ਹੋ ਰਹੀਆਂ। ਮੋਦੀ ਸਾਹਿਬ ਦੇ ਬਾਰੇ ਬਹੁਤ ਉਹਨਾਂ ਨੂੰ ਪਤਾ ਕਿਹੜੀ ਗੱਲ ਕਿਸ ਵੇਲੇ ਕਰਨੀ ਹੈ। ਸਾਰੀਆਂ ਜਿੱਥੇ ਵੀ ਸਰਕਾਰ ਜਾਂਦੇ ਆ ਆਪਾਂ ਇਲੈਕਸ਼ਨ ਜਿੱਤਦੇ ਆ, ਮੋਦੀ ਸਾਹਿਬ ਦੀ ਚਿੰਤਾ ਨਾ ਕਰੀਏ। ਵੈਸੇ 80 ਕਰੋੜ ਲੋਕਾਂ ਲਈ ਜੇ ਕੋਈ ਰਾਸ਼ਨ ਦੇ ਸਕਦਾ ਇਹ ਮੋਦੀ ਸਾਹਿਬ ਹੀ ਦੇ ਸਕਦੇ ਆ। ਜਿਹੜੇ ਪੰਜਾਬ 'ਚ 1 ਕਰੋੜ 41 ਲੱਖ ਲੋਕਾਂ ਨੂੰ ਰਾਸ਼ਨ ਜੇ ਕਿਸੇ ਨੇ ਫ੍ਰੀ ਦਿੱਤਾ ਤਾਂ ਮੋਦੀ ਸਾਹਿਬ ਹੀ ਦੇ ਸਕਦੇ ਆ। ਉਹ ਗਰੀਬ ਦੀ ਚਿੰਤਾ ਕਰਦੇ ਆ, ਵੱਡੇ ਦੀ ਚਿੰਤਾ ਨਹੀਂ। ਘਰਾਂ 'ਚ 11 ਕਰੋੜ ਲੋਕਾਂ ਨੂੰ ਕਨੈਕਸ਼ਨ ਦੇ ਤੇ ਕੁਕਿੰਗ ਦੇ, ਘਰਾਂ ਘਰਾਂ 'ਚ ਬਿਜਲੀ ਚਲੀ ਗਈ, ਕਰੋੜਾਂ ਟਾਇਲਟਸ ਬਣਾਤੀਆਂ। ਗਰੀਬ ਆਪਾਂ ਬੈਠ ਕੇ ਇੱਥੇ ਗੱਲਾਂ ਕਰਦੇ ਹਾਂ, ਜਾਂ ਜਿਹੜਾ ਗਰੀਬ ਨੂੰ ਜਿਹੜਾ ਰਿਲੀਫ ਮਿਲਦਾ ਉਹਨੂੰ ਉਹਨਾਂ ਨੂੰ ਪਤਾ ਕਿਹਨੂੰ ਦੇਣੀ ਚਾਹੀਦੀ, ਉਹਦੇ ਲਈ ਕਰਦੇ। ਹਾਊਸਿਸ ਬਾਹਰ 2 ਕਰੋੜ ਹਾਊਸਿਸ ਬਣਾ ਕੇ ਦਿੱਤੇ, ਇਹ ਸਮਾਲ ਤੇ। ਕੀ ਲੱਗਦਾ ਕਿ ਪੰਜਾਬ ਦੇ ਵਿੱਚ ਤੁਸੀਂ 1 ਕਰੋੜ 41 ਲੱਖ ਲੋਕਾਂ ਨੂੰ ਰਾਸ਼ਨ ਦਿੱਤਾ ਹੈ? ਕੀ ਲੱਗਦਾ ਕਿ ਪੰਜਾਬ ਵਿੱਚ ਇੰਨੇ ਲੋਕਾਂ ਨੂੰ ਮਿਲਿਆ ਜਾਂ ਸਰਕਾਰ ਦਾ ਉੱਥੇ ਸਟੇਟ ਸਰਕਾਰ ਦਾ? ਇਹ ਸਟੇਟ ਨੇ ਵੰਡਣਾ। ਮੈਂ ਇਹ ਪੁੱਛਿਆ ਜੀ ਕਿ ਤੁਹਾਨੂੰ ਤੁਸੀਂ ਸਟੇਟ ਵਾਲਿਆਂ ਨੂੰ ਪੁੱਛਿਆ? ਵੰਡਿਆ ਗਿਆ। ਦੇਖੋ ਇਹਦੀ ਵੰਡਣਾ ਤਾਂ ਸਟੇਟ ਨੇ ਹੈ, ਸਟੇਟ ਦੀ ਜ਼ਿੰਮੇਵਾਰੀ ਹੈ, ਜ਼ਿੰਮੇਵਾਰ ਸਰਕਾਰ ਹੈ, ਇਲੈਕਟਡ ਗਵਰਨਮੈਂਟ ਹੈ। ਜੇ ਨਹੀਂ ਵੰਡੇਗੀ ਤਾਂ ਲੋਕੀ ਅੱਗੇ ਲੋਕਾਂ ਦੀ ਕਚਹਿਰੀ ਤਾਂ ਸਾਰਿਆਂ ਨੇ ਜਾਣਾ ਹੀ ਹੈ। ਤੁਹਾਨੂੰ ਵੀ ਪਤਾ ਕੀ ਹੋ ਰਿਹਾ। ਨਹੀਂ ਸਾਨੂੰ ਤਾਂ ਪਤਾ ਹੀ ਹੈ, ਟਾਈਮ ਤੁਹਾਡੇ ਕੋਲੋਂ ਪੁੱਛਣਾ ਚਾਹੁੰਦੇ ਹਾਂ। ਬਸ ਪਤਾ ਹੈ ਜੋ ਕੁਝ ਕਰ ਰਹੇ ਨੇ। ਸਰ ਵੈਕਸੀਨ ਦੀ ਗੱਲ ਕੀਤੀ ਜਾਵੇ, ਸਿਹਤ ਮੰਤਰੀ ਦਾ ਬਿਆਨ ਆਇਆ ਜੀ ਵੈਕਸੀਨ ਪੰਜਾਬ ਨਾਲ ਵਿਤਕਰਾ ਕਰ ਰਹੇ ਆ। ਉਹ ਕੋਈ ਵਿਤਕਰਾ ਕਾਹਦਾ ਨਹੀਂ ਕਰਨਾ ਪੰਜਾਬ ਨਾਲ। ਸਿਹਤ ਮੰਤਰੀ ਜਿੰਨੀ ਪ੍ਰੋਡਕਸ਼ਨ ਹੁੰਦੀ ਆ, ਇਹ ਮਾੜੀ ਆਦਤ ਹੈ ਵੀ ਕਿਤੇ ਸਪਲਾਈ ਘਟ ਗਈ ਉਸ ਦਿਨ ਆਪਾਂ ਕਹਿ ਸਾਡਾ ਵਿਤਕਰਾ ਹੁੰਦਾ। ਉੱਥੇ ਜਾ ਕੇ ਧੰਨਵਾਦ ਕਰਦੇ ਨਹੀਂ ਹਟਦੇ ਜੀ, ਬਹੁਤ ਵਧੀਆ ਸਾਡੀ ਬੜੀ ਮਦਦ ਕਰਦੇ, ਬਹੁਤ ਸੇਵਾ ਕਰਦੇ। हमारे डिवीजन में 90% से ज़्यादा वैक्सीनेशन है रेलवे का बिकॉज ऑफ स्टेट ਚਾਹਾਂਗੇ ਜੀ ਤੁਸੀਂ ਪ੍ਰੈਜ਼ੈਂਟ ਸਰਕਾਰ 'ਚ ਸਾਡੇ ਮਿਨਿਸਟਰ ਆਫ ਸਟੇਟ ਹੋ, ਬਹੁਤ ਹੀ ਅਹਿਮ ਭੂਮਿਕਾ ਨਿਭਾ ਰਹੇ ਹੋ ਤੁਸੀਂ ਸੈਂਟਰ ਸਰਕਾਰ ਤੇ। ਜੀ। ਬਟ ਤੁਸੀਂ ਸਟੇਟ ਪੋਲਿਟਿਕਸ ਦਾ ਵੀ ਬੜਾ ਹੀ ਅਭਿੰਨ ਅੰਗ ਹੋ ਜੀ ਜਿਹਨੂੰ ਆਪਾਂ ਨਹੀਂ ਤੋੜ ਸਕਦੇ। ਸਟੇਟ ਪੋਲਿਟਿਕਸ 'ਚ ਤੁਹਾਡੀ ਇੰਨੀ ਜ਼ਿਆਦਾ ਡੂੰਘਾਈ ਦੇਖਦੇ ਹੋ, ਅਸੀਂ ਤੁਹਾਨੂੰ ਪ੍ਰਸ਼ਨ ਪੁੱਛਣਾ ਚਾਹਾਂਗੇ ਕਿ ਜਿੱਦਾਂ 2022 ਇਲੈਕਸ਼ਨਸ ਆ ਰਹੇ ਆ, ਕੀ ਤੁਸੀਂ ਦੇਖਦੇ ਹੋ ਬੀਜੇਪੀ ਆਪਣੀ ਉਨੀ ਪੂਰੀ ਤਾਕਤ ਨਾਲ ਲੜ ਪਾਏਗੀ ਜਿੰਨੀ ਕਿ ਉਹ 5 ਸਾਲ ਪਹਿਲੇ ਲੜੀ ਸੀਗੀ? ਕਿਉਂਕਿ ਆਪਾਂ ਧਿਆਨ 'ਚ ਰੱਖਦੇ ਹਾਂ ਕਿ ਕਿਸਾਨ ਅੰਦੋਲਨ ਪਿਛਲੇ 1.25 ਸਾਲ ਤੋਂ ਚੱਲ ਰਿਹਾ ਹੈ, ਉਹਦਾ ਹਾਲੇ ਤੱਕ ਕੋਈ ਨਿਪਟਾਰਾ ਨਹੀਂ ਹੋਇਆ। ਕੋਈ ਵੀ ਸਰਕਾਰ ਹੁੰਦੀ ਆ ਉਹਦੀ ਡੈਮੋਕ੍ਰੇਸੀ ਡਾਇਲੌਗ ਦੇ ਉੱਤੇ ਬੇਸਡ ਹੈ। ਅਸੀਂ ਦੇਖ ਰਹੇ ਹਾਂ ਕਿ 11 ਜਨਵਰੀ ਤੋਂ ਬਾਅਦ ਡਾਇਲੌਗ ਹੀ ਟੁੱਟਿਆ ਹੋਇਆ ਕਿਸਾਨਾਂ ਦੇ ਨਾਲ। ਉਹਦੇ ਉੱਤੇ ਕਿਸਾਨ ਕਹਿ ਰਹੇ ਅਸੀਂ ਕੰਡੀਸ਼ਨ ਲਗਾ ਰਹੇ ਹਾਂ ਕਿ ਕਾਨੂੰਨ ਰੱਦ ਹੋਣੇ ਚਾਹੀਦੇ ਆ, ਉਧਰੋਂ ਸਰਕਾਰ ਕੰਡੀਸ਼ਨ ਲਗਾ ਰਹੀ ਆ ਕਿ ਜੇ ਤੁਸੀਂ ਕਾਨੂੰਨ ਰੱਦ ਦੀ ਗੱਲ ਕਰੋਗੇ ਤਾਂ ਅਸੀਂ ਤੁਹਾਡੇ ਨਾਲ ਗੱਲ ਨਹੀਂ ਕਰਦੇ, ਤੁਸੀਂ ਕਾਨੂੰਨ ਰੱਦ ਦੀ ਆਪਣੀ ਰੱਟ ਛੱਡ ਦਿਓ ਤਾਂ ਅਸੀਂ ਤੁਹਾਡੇ ਨਾਲ ਗੱਲ ਕਰ ਲਾਂਗੇ। ਦੋਨੋਂ ਹੀ ਜਿੱਤੇ ਅੜਕੀਆਂ ਪਾਰਟੀਆਂ, ਡੈਮੋਕ੍ਰੇਸੀ ਦੇ ਵਿੱਚ ਸੰਵਾਦ ਖਤਮ ਹੋ ਗਿਆ ਤਾਂ ਉਹਦੀ ਵਜ੍ਹਾ ਨਾਲ ਡਾਇਲੌਗ ਟੁੱਟ ਗਿਆ। 6 ਮਹੀਨੇ ਤੋਂ ਗੱਲ ਉੱਥੇ ਫਸੀ ਆ। ਕਿ ਇਹ ਫਸੀ ਹੋਈ ਗੱਲ ਦਾ ਹਰਜਾਨਾ ਤੁਹਾਨੂੰ ਭੁਗਤਣਾ ਪਏਗਾ 2022 ਚ? ਅਸੀਂ ਭਾਜਪਾ ਸਰਕਾਰ ਦੀ ਗੱਲ ਕਰਦੇ ਹਾਂ। ਦੇਖੋ ਭਾਜਪਾ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ, 10 ਕਰੋੜ ਮੈਂਬਰ ਇਹਦੇ ਨੇ, ਔਰ ਨਰਿੰਦਰ ਭਾਈ ਮੋਦੀ ਸਾਡੇ ਲੀਡਰਸ਼ਿਪ ਹੈ ਸਾਡੀ, ਇਜ਼ ਏ ਸਟਰੋਂਗ ਲੀਡਰ। ਕਿਹੜੀ ਗੱਲ ਕਿਸ ਵੇਲੇ ਕਰਨੀ ਹੈ ਉਹਨਾਂ ਨੂੰ ਪਤਾ ਹੈ। 303 MP ਨੇ ਉਹਨਾਂ ਦੇ ਲੋਕ ਸਭਾ 'ਚ। ਜਦੋਂ ਲੋਕੀ ਕਹਿੰਦੇ ਸੀ ਵੀ ਸਰਕਾਰ ਦੂਜੀ ਬਣ ਜਾਣੀ, UPA ਦੀ ਬਣ ਜਾਣੀ ਹੈ, ਇਸ ਕਰਕੇ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ। ਹਲੇ ਇਲੈਕਸ਼ਨ 'ਚ ਕਾਫੀ ਮਹੀਨੇ ਹੈਗੇ ਆ, ਬਹੁਤ ਕੁਝ ਹੋਣਾ ਹੈ, ਬਹੁਤ ਕੁਝ ਹੋਣ ਵਾਲਾ ਹੈ। ਇਸ ਕਰਕੇ ਚਿੰਤਾ ਨਾ ਕਰੋ। ਭਾਰਤੀ ਜਨਤਾ ਪਾਰਟੀ ਆਪਣੇ ਬੂਥ ਤੇ ਇਲੈਕਸ਼ਨ ਲੜੇਗੀ ਔਰ ਜੋ ਨਾ ਲੜੇ। ਮਿਨਿਸਟਰ ਸਾਹਿਬ ਅਸੀਂ ਤੁਹਾਡਾ ਬਹੁਤ ਆਦਰ ਕਰਦੇ ਹਾਂ, ਸਤਿਕਾਰ ਕਰਦੇ ਹਾਂ। ਉਹਦਾ ਇੱਕ ਕਾਰਨ ਇਹ ਵੀ ਹੈ ਕਿ ਤੁਸੀਂ ਸੰਵਾਦ ਕਰਦੇ ਹੋ, ਤੁਸੀਂ ਡਾਇਲੋਗ ਕਰਦੇ ਹੋ, ਪ੍ਰੈਸ ਕਾਨਫਰੰਸ ਕੀ ਬਿਲੀਵ ਕਰਦੇ ਹੋ। ਹੁਣ ਵੀ ਅਸੀਂ ਸਾਰੇ ਇੱਥੇ ਪੱਤਰਕਾਰ ਖੜੇ ਹਾਂ, ਘੱਟੋ ਘੱਟ 100 ਪੱਤਰਕਾਰ ਖੜੇ ਹੋ, ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ, ਸੰਵਾਦ ਕਰ ਰਹੇ ਹੋ। ਬਟ ਅਸੀਂ ਆਪਣੇ ਪ੍ਰਧਾਨ ਮੰਤਰੀ ਨੂੰ ਦੇਖਦੇ ਹਾਂ, ਐਡੀ ਲੰਬੀ ਸਰਕਾਰ ਹੋ ਗਈ ਬਟ ਕਦੀ ਪ੍ਰੈਸ ਕਾਨਫਰੰਸ ਨਹੀਂ ਕਰਦੇ। ਉਹ ਬਹੁਤ ਭਾਈਦੇ ਪ੍ਰੈਸ ਪ੍ਰਧਾਨ ਮੰਤਰੀ ਹੋਰ ਵੱਡੇ ਕੰਮ ਸਾਰੇ ਕਰੀ ਜਾਂਦੇ ਨੇ, ਉਹ ਪ੍ਰੈਸ ਕਾਨਫਰੰਸ ਵਾਲੇ ਆਏ ਸਪੋਕਸਮੈਨ ਨੇ ਪਾਰਟੀ ਦੇ, ਸਰਕਾਰ ਦੇ, ਉਹ ਕਰਦੇ ਨੇ।